ਸਾਰੇ ਪੱਤਰਕਾਰਾਂ ਨੂੰ ਮੇਰਾ ਨਮਸਕਾਰ। ਫਾਰੂਕੀ ਜੀ ਦੇ ਨਿਮੰਤਰਣ ਤੇ ਸਾਡੇ ਨਿਮੰਤਰਣ ਤੁਸੀਂ ਇੱਥੇ ਆਏ ਹੋ, ਮੈਂ ਇਹਦੇ ਲਈ ਸਾਰਿਆਂ ਤੁਹਾਡਾ ਧੰਨਵਾਦ ਕਰਨਾ। ਅੱਜ ਦਾ ਜਿਹੜਾ ਵਿਸ਼ੇ ਹੈਗਾ ਹੈ ਇਹ ਬਹੁਤ ਖਾਸ ਵਿਸ਼ੇ ਹੈਗਾ। ਇਹ ਇੰਨਾ ਮਹੱਤਵਪੂਰਨ ਵਿਸ਼ੇ ਹੈ। ਸਾਰਾ ਜੋ ਸਾਡਾ ਸਰੀਰ ਹੈ ਨਾ, ਇਹ ਠੀਕ ਹੋਣਾ ਤਾਂ ਹੀ ਤੇ ਅਸੀਂ ਸਾਰੀ ਦੁਨੀਆ ਦੇ ਕੰਮ ਕਰਨੇ ਨੇ। ਮੈਂ ਤੁਹਾਡੇ ਸਾਹਮਣੇ ਇੱਕ ਦੋ ਸਵਾਲ ਰੱਖਣਾ ਚਾਹੁੰਦਾ, ਤੁਹਾਤੋਂ ਜਵਾਬ ਨਹੀਂ ਮੰਗ ਰਿਹਾ, ਤੁਸੀਂ ਸੋਚਿਓ, ਜਨਤਾ ਦੇ ਅੱਗੇ ਵੀ ਰੱਖਣ ਦੀ ਗੱਲ ਹੈ। ਤੁਸੀਂ ਇੱਕ ਗੱਲ ਦੱਸੋ, ਅੱਜ ਤੋਂ 2300 ਸਾਲ ਪਹਿਲਾਂ ਦੀ ਗੱਲ ਹੈ, ਇੱਥੇ ਮੈਗਜ਼ੀਨਸ ਆਏ ਸੀ, ਉਹਨਾਂ ਨੇ ਲਿਖਿਆ ਆਪਣੀ ਇੰਡੀਕਾ ਕਿਤਾਬ 'ਚ, ਉਹਨਾਂ ਦਾ ਛਪਿਆ ਹੋਇਆ ਹੈ ਕਿ ਹਿੰਦੁਸਤਾਨ 'ਚ ਇੱਕ ਬੰਦਾ ਉਹਨਾਂ ਨੂੰ ਬਿਮਾਰ ਨਹੀਂ ਮਿਲਿਆ 2300 ਸਾਲ ਪਹਿਲਾਂ। ਅਤੇ ਜਿਹੜੇ ਬੰਦੇ ਸੀ ਉਹ ਕਹਿੰਦਾ ਹਿੰਦੁਸਤਾਨ ਦੇ ਲੋਕ ਬੜੇ ਅਜੀਬ ਹੈ, ਕੋਈ 120 ਸਾਲ ਜਿੱਦਾਂ ਰਹਿੰਦਾ ਹੈ, ਕੋਈ 150 ਸਾਲ, ਕੋਈ 200 ਸਾਲ, ਕੋਈ 250 ਸਾਲ। ਜ਼ਰਾ ਆਸ-ਪਾਸ ਨਜ਼ਰ ਮਾਰੋ, ਕਿਹੜਾ ਬੰਦਾ ਜਿਹੜਾ 150 ਸਾਲ ਜਿੰਦਾ ਰਹਿੰਦਾ ਅੱਜ? ਦੂਜੀ ਗੱਲ, ਉਹ ਕਹਿੰਦਾ ਬਿਮਾਰ ਕੋਈ ਨਹੀਂ। ਕਿਹੜਾ ਬੰਦਾ ਹੀ ਤੁਹਾਡੇ ਸ਼ਹਿਰ 'ਚ, ਸਾਡੇ ਸ਼ਹਿਰ 'ਚ ਕਿਹੜਾ ਬਿਮਾਰ ਨਹੀਂ ਹੈਗਾ? ਹਰ ਬੰਦਾ ਬਿਮਾਰ ਹੈ। ਅਨਾਜ ਦੀ ਰਾਸ਼ਨ ਤਰ੍ਹਾਂ ਦਵਾਈਆਂ ਜਾਂਦੀਆਂ। ਇੱਕ ਹੋਰ ਐਸੇ ਗੱਲ ਨੂੰ ਮੈਂ ਹੋਰ ਹਾਈਲਾਈਟ ਕਰਨਾ ਚਾਹੁੰਦਾ ਦੂਜੇ ਤਰੀਕੇ ਨਾਲ। ਤੁਸੀਂ ਦੇਖੋ, ਦਵਾਈਆਂ ਵੱਧ ਗਈ, ਡਾਕਟਰ ਵੱਧ ਗਏ, ਅਤੇ ਹੋਣਾ ਕੀ ਚਾਹੀਦਾ ਹੈ? ਜੇ ਦਵਾਈਆਂ ਨਾਲ, ਡਾਕਟਰ ਨਾਲ ਸਾਡੇ ਮਰੀਜ਼ ਠੀਕ ਹੁੰਦੇ ਨੇ, ਹੋਣਾ ਇਹ ਚਾਹੀਦਾ ਸੀ ਕਿ ਸਾਡੇ ਦੇਸ਼ 'ਚ ਜਾਂ ਦੁਨੀਆ 'ਚ ਸਾਰਿਆਂ 'ਚ ਜਿਹੜਾ ਹੈ ਮਰੀਜ਼ ਘਟਣੇ ਚਾਹੀਦੇ ਸੀ, ਉਮਰ ਵਧਣੀ ਚਾਹੀਦੀ ਸੀ। ਹੋਇਆ ਪੁੱਠਾ ਹੈ। ਤੁਸੀਂ ਮੇਰੇ ਤੋਂ ਸਹਿਮਤ ਹੋਗੇ, ਬਿਮਾਰੀਆਂ ਵੀ ਵੱਧ ਗਏ, ਬਿਮਾਰ ਵੱਧ ਗਏ। ਯਾਨੀ ਇਕੁਏਸ਼ਨ ਕੀ ਬਣੀ ਹੈ? ਬਿਮਾਰੀ ਵਧੀ, ਦਵਾਈਆਂ ਵਧੇ, ਇਜ਼ੀਕਲ ਟੂ ਕੀ ਆਇਆ? ਮਰੀਜ਼ ਵੱਧ ਗਏ। ਦਵਾਈਆਂ ਵਧੀ, ਡਾਕਟਰ ਵਧੇ, ਮਰੀਜ਼ ਵੱਧ ਗਏ। ਇਹਦਾ ਮਤਲਬ ਕਿਤੇ ਤਾਂ ਕੋਈ ਗੜਬੜ ਹੈ ਨਾ ਜੀ। ਜੇ ਦਵਾਈਆਂ ਨਾਲ, ਡਾਕਟਰਾਂ ਕਰਕੇ ਸਾਡੇ ਲੋਕੀ ਵਧਣ ਨਾਲ ਠੀਕ ਨਹੀਂ ਹੋ ਰਹੇ, ਤਾਂ ਕਿਤੇ ਤਾਂ ਕੋਈ ਗੜਬੜ ਹੈ। ਉਹੀ ਸਾਡੇ ਸਮਝਣ ਦੀ ਗੱਲ ਹੈ, ਗੜਬੜ ਹੈ ਕੀ, ਕਿੱਥੇ ਗੜਬੜ ਹੈ, ਉਹ ਮੈਂ ਤੁਹਾਡੇ ਸਾਹਮਣੇ ਦੱਸਣਾ ਚਾਹੁੰਦਾ। ਦੇਖੋ, ਸਾਡੇ ਜਿਹੜੀ ਆਸ-ਪਾਸ ਜੋ ਕੁਝ ਸਾਡੇ ਚੱਲ ਰਿਹਾ ਹੈ, ਸਾਨੂੰ ਇਸ ਢੰਗ ਨਾਲ ਅਸੀਂ ਮੀਡੀਆ ਦੇ, ਤੁਸੀਂ ਮੀਡੀਆ ਦੇ ਪ੍ਰਤੀਨਿਧੀ ਹੋ ਸਾਰੇ, ਮੀਡੀਆ ਦੇ ਥਰੂ ਸਾਨੂੰ ਇਸ ਤਰ੍ਹਾਂ ਸਾਨੂੰ ਬ੍ਰੇਨ ਵਾਸ਼ ਕੀਤਾ ਗਿਆ ਹੈ। ਤੁਹਾਡਾ ਵੀ ਬ੍ਰੇਨ ਵਾਸ਼ ਕੀਤਾ ਹੈ, ਸਾਡਾ ਵੀ ਕੀਤਾ ਹੈ। ਤੁਸੀਂ ਵੀ ਯੂਜ਼ ਹੋ ਗਏ, ਅਸੀਂ ਵੀ ਯੂਜ਼ ਹੋ ਗਏ। ਕਿਸ ਤਰ੍ਹਾਂ ਯੂਜ਼ ਹੋ ਗਏ? ਇੱਦਾਂ ਬ੍ਰੇਨ ਵਾਸ਼ ਕਰਤਾ, ਅਸੀਂ ਆਪਣੇ ਪੈਸੇ ਖਰਚ ਕਰਕੇ ਆਪੇ ਬਿਮਾਰ ਪੈਂਦੇ ਹਾਂ। ਤੁਸੀਂ ਇਹ ਕਹਿ ਸਕਦੇ ਹੋ ਕਿ ਆਪਣਾ ਚਾਕੂ ਅਸੀਂ ਆਪਣੇ ਪੈਸੇ ਨਾਲ ਖਰੀਦ ਕੇ ਲਿਆਉਂਦੇ ਹਾਂ ਤਾਂ ਆਪਣੀ ਗਿੱਚੀ ਕੱਟ ਲੈਂਦੇ ਹਾਂ। ਇਹ ਕੰਮ ਚੱਲ ਰਿਹਾ ਹੈ। ਤੁਸੀਂ ਕਹੋਗੇ ਇੱਦਾਂ ਤਾਂ ਨਹੀਂ ਕੁਝ ਹੁੰਦਾ, ਨਹੀਂ ਹੋ ਰਿਹਾ। ਮੈਂ ਸਾਬਿਤ ਕਰਦਾ ਕਿ ਇਹੋ ਹੀ ਹੋ ਰਿਹਾ ਹੈ। ਇਹ ਸਾਡੀ ਕਿਤਾਬ 'ਚ ਮੈਂ ਉਹੀ ਸਾਬਿਤ ਕੀਤਾ ਹੈ। ਦੁਨੀਆ ਭਰ ਦੇ ਰਿਸਰਚ ਪੇਪਰ MD ਡਾਕਟਰਸ ਦੇ ਲਿਖੇ ਹੋਏ ਨੇ, ਉਹ ਦੱਸਦੇ ਨੇ ਕਿ ਕਿਸ ਤਰ੍ਹਾਂ ਤੁਹਾਨੂੰ ਬਿਮਾਰ ਕਰਨ ਦੇ ਤਰੀਕੇ ਸਾਰੀ ਦੁਨੀਆ 'ਚ ਚੱਲ ਰਹੇ ਨੇ। ਉਹ ਸਾਰਾ ਕੰਪਾਈਲ ਕੀਤਾ। ਇਹਦੇ 'ਚ ਅਸੀਂ ਇੱਕ ਬਹੁਤ ਵੱਡਾ ਸਕੈਮ ਚੱਲ ਰਿਹਾ ਹੈ ਇੱਕ ਤਰ੍ਹਾਂ ਦਾ। ਉਹ ਸਕੈਮ ਦੇ ਬਾਰੇ 'ਚ ਅਸੀਂ ਤੁਹਾਨੂੰ 2-3 ਚੀਜ਼ਾਂ ਅਸੀਂ ਤੁਹਾਨੂੰ ਦੱਸਣੇ ਆ। ਪਹਿਲੀ ਗੱਲ ਮੈਂ ਦੱਸ ਰਿਹਾ ਕਿ ਤੁਹਾਨੂੰ ਜਿਹੜਾ ਹੈ ਮੈਡੀਕਲ ਸਕੈਮ ਇੱਕ ਚੱਲ ਰਿਹਾ ਹੈ। ਸਾਰੇ ਡਾਕਟਰ ਇੱਕ ਜਿਹੇ ਨਹੀਂ ਹੈਗੇ, ਪਰ ਮੈਡੀਕਲ ਸਕੈਮ ਹੈਗਾ ਹੈ। ਉਹ ਕਿਸ ਤਰ੍ਹਾਂ ਆਪਾਂ ਸਾਬਿਤ ਕਰਾਂਗੇ? ਤੁਸੀਂ ਇੱਕ ਗੱਲ ਦੇਖੋ, ਸਾਨੂੰ ਦੱਸਿਆ ਗਿਆ ਹੈ ਕਿ ਜਿੰਨੀ ਦਵਾਈਆਂ ਮਾਰਕੀਟ 'ਚ ਹੈਗੀ ਹੈ ਮਾਡਰਨ ਮੈਡੀਸਨ ਦੀ, ਸਾਰੇ ਦੇ ਉੱਤੇ ਕਰੋੜੋਂ ਡਾਲਰ ਖਰਚ ਕਰਕੇ ਆਪਾਂ 10 ਸਾਲ ਕੰਮ ਕਰਕੇ ਦਵਾਈ ਇੰਟਰੋਡਿਊਸ ਕੀਤੀ ਹੈ। ਕਿ ਤੁਸੀਂ ਜਰਨਲਿਸਟ ਹੈ, ਤੁਸੀਂ ਨੈੱਟ ਦੇ ਉੱਪਰ ਦੇਖ ਲੈਣਾ, ਦਰਜਨੋਂ ਦਵਾਈਆਂ ਜਿਹੜੀਆਂ ਵਿਡਰਾਅ ਕਰ ਲਈ। ਇੱਕ ਹੀ ਖੇਲ ਹੈ ਜੀ। ਤੁਸੀਂ ਕਰੋੜੋਂ ਡਾਲਰ ਖਰਚ ਕਰਤੇ, 10 ਸਾਲ ਲਾਤੇ, ਫਿਰ ਇੱਕ ਸਾਲਟ ਇੰਟਰੋਡਿਊਸ ਕੀਤਾ ਹੈ ਤੁਸੀਂ ਦਵਾਈ ਦੇ ਨਾਂ 'ਤੇ, ਉਸ ਨੂੰ ਵਿਡਰਾਅ ਕਰਨਾ ਪਿਆ ਕਿਉਂਕਿ ਉਸ ਦਵਾਈ ਨਾਲ ਤੁਹਾਡੇ ਹਜ਼ਾਰਾਂ ਲੋਕ ਬਿਮਾਰ ਪੈ ਗਏ, ਹਜ਼ਾਰਾਂ ਲੋਕ ਮਰ ਗਏ। ਉਹਦੇ ਤੁਹਾਨੂੰ ਫਾਈਨ ਭਰਨਾ ਪਿਆ, ਡੈਮੇਜ ਉਹਦਾ ਭਰਨਾ, ਨੁਕਸਾਨ ਭਰਨਾ ਪਿਆ ਤੁਹਾਨੂੰ। ਐਸਾ ਹੋਇਆ ਕਿ ਨਹੀਂ ਹੋਇਆ? ਨੈੱਟ ਦੇ ਉੱਪਰ ਦੇਖ ਲਓ। ਦੁਨੀਆ ਦੀ ਵੱਡੀ ਵੱਡੀ ਕੰਪਨੀਆਂ। ਇਸ ਤੋਂ ਠੀਕ ਵਿਪਰੀਤ ਮੇਰੇ ਨਾਲ ਆਯੁਰਵੇਦ ਦੇ ਡਾਕਟਰ ਬੈਠੇ ਨੇ, ਲੁਧਿਆਣਾ ਦੇ ਤੁਹਾਡੇ ਡਾਕਟਰ ਨੇ। ਤੁਸੀਂ ਮੈਨੂੰ ਦੱਸੋ, ਦੁਨੀਆ ਦੀ 5000 ਸਾਲ ਪੁਰਾਣੀ ਪੈਥੀ ਇੱਕ ਦਵਾਈ ਵਿਡਰਾਅ ਹੋਈ ਹੈ ਅੱਜ ਤੱਕ? ਨਹੀਂ ਹੋਈ। WHO ਕਹਿੰਦਾ ਹੈ ਰਜਿਸਟੈਂਸ ਪੈਦਾ ਹੋ ਗਈ ਹੈ ਸਾਰੀ ਬਿਮਾਰੀਆਂ ਦੇ ਸਟੇਨ 'ਚ, ਉਹਦੇ ਕੀਟਾਣੂਆਂ ਰੋਗਾਣੂਆਂ 'ਚ। ਕਾਹਦੀ ਰਜਿਸਟੈਂਸ ਹੈ? ਦਵਾਈਆਂ ਦੀ, ਐਂਟੀਬਾਇਓਟਿਕ ਦੀ। ਯਾਨੀ ਜਿਹੜੀ 100-125 ਸਾਲ ਪਹਿਲੇ ਪੈਥੀ ਸ਼ੁਰੂ ਹੋਈ ਹੈ, ਉਹ ਸਕੈਮ ਦੀ ਗੱਲ ਲੱਗ ਹੈ। ਸਕੈਮ ਨੂੰ ਅਸੀਂ ਬਾਅਦ 'ਚ ਦੱਸਾਂਗੇ, ਪਹਿਲਾਂ ਕਿੰਨੀ ਐਫੀਕੇਸੀ ਹੈ ਉਹਦੇ 'ਚ, ਕਿੰਨੀ ਕੁ ਕੰਮ ਦੀ ਹੈ। ਤੁਸੀਂ ਦੇਖੋ ਉਹਦੇ 'ਤੇ ਰਜਿਸਟੈਂਸ ਡਿਵੈਲਪ ਹੋ ਗਈ 100-125 ਸਾਲ 'ਚ। ਸਾਡੀ ਆਯੁਰਵੈਦਿਕ ਦਵਾਈ ਦੀ ਇੱਕ ਵੀ ਰਜਿਸਟੈਂਸ ਪੈਦਾ ਨਹੀਂ ਹੋਈ। ਇਹ ਤਾਂ ਤੁਹਾਡੀ ਕਹਾਣੀ ਹੋ ਗਈ ਐਲੋਪੈਥੀ ਅਤੇ ਆਯੁਰਵੇਦ ਅਤੇ ਨੈਚੁਰੋਪੈਥੀ ਕਿੰਨੀ ਦਮਦਾਰ ਹੈਗੀ ਹੈ। ਇਹ ਸਕੈਮ ਦੀ ਗੱਲ ਆਪਾਂ ਕਰਨੀ ਹੈ। ਤੁਸੀਂ ਕਿਤਾਬ ਦੇਖੋ, ਮਾਰਕੀਟ 'ਚ ਬੜੀ ਵਿਕ ਰਹੀ ਹੈ, ਹਸਪਤਾਲ ਸੇ जीवित कैसे लौटें, MD डॉक्टर लिख रहा है।
ਦੂਜਾ ਲੋਪਾ ਮਹਿਤਾ, ਮਨੂ ਕਠਾਰੀ ਬੰਬਈ ਦੇ 2 ਡਾਕਟਰ ਨੇ, ਬ੍ਰਿਟੇਨ 'ਚ ਹੈਗੇ ਆ। 20 ਸਾਲ ਪਹਿਲਾਂ ਉਹਨਾਂ ਦੀ ਕਿਤਾਬ ਛਪੀ ਹੈ। ਉਹ ਕਹਿ ਰਹੇ ਜਿਹੜਾ ਬੰਦਾ ਕੈਂਸਰ ਦੀ ਦਵਾਈ ਖਾਂਦਾ ਹੈ, ਟ੍ਰੀਟਮੈਂਟ ਕਰਾਉਂਦਾ ਹੈ, ਉਹ ਛੇਤੀ ਮਰ ਜਾਂਦਾ ਹੈ, ਤੜਪ ਤੜਪ ਕੇ ਮਰਦਾ ਹੈ, ਤਕਲੀਫ ਪਾ ਕੇ ਮਰਦਾ ਹੈ। ਜਿਹੜਾ ਇਲਾਜ ਨਹੀਂ ਕਰਾਉਂਦਾ, ਬੜੀ ਇੰਪੋਰਟੈਂਟ ਗੱਲ ਕਹਿ ਰਿਹਾ ਮੈਂ, MD ਡਾਕਟਰ ਕਹਿ ਰਹੇ, ਬ੍ਰਿਟੇਨ ਤੋਂ ਛਪੀ ਹੈ, ਕਿਸੇ ਨੇ ਖੰਡਨ ਨਹੀਂ ਕੀਤਾ ਅੱਜ ਤੱਕ ਉਹਦਾ। ਜਿਹੜਾ ਦਵਾਈ ਨਹੀਂ ਖਾਂਦਾ ਉਹ ਜ਼ਿਆਦਾ ਦਿਨ ਤੱਕ ਜ਼ਿੰਦਾ ਰਹਿੰਦਾ ਹੈ, ਤੇ ਉਹਦੀ ਮੌਤ ਜਿਹੜੀ ਹੈ ਉਹ ਤੜਪ ਕੇ ਨਹੀਂ ਹੁੰਦੀ, ਤਕਲੀਫ ਪਾ ਕੇ ਨਹੀਂ ਹੁੰਦੀ। ਤੇ ਫਿਰ ਵੀ ਤੁਸੀਂ ਕਹੀ ਜਾਂਦੇ ਹੋ ਕੀਮੋਥੈਰੇਪੀ ਕਰਾਓ, ਕੀਮੋਥੈਰੇਪੀ ਕਰਾਓ। ਦੁਨੀਆ ਦੀ ਇੱਕ ਬਹੁਤ ਵੱਡੀ ਡਾਕਟਰ ਹੋਈ ਹੈ, ਉਹਨਾਂ ਦਾ ਨਾਮ ਹੈ ਡਾਕਟਰ ਬੁੱਡਵਿਗ, ਜਰਮਨ ਦੀ। ਹੁਣ ਦੁਨੀਆ 'ਚ ਨਹੀਂ ਹੈਗੀ ਉਹ, ਤੁਸੀਂ ਨੈੱਟ ਦੇ ਉੱਪਰ ਜਾ ਕੇ ਖੋਲ੍ਹ ਕੇ ਵੇਖ ਲਓ। ਰੱਬ ਨਾ ਕਰੇ ਕਿਸੇ ਨੂੰ ਕੈਂਸਰ ਹੋਏ, ਪਰ ਪੰਜਾਬ ਤੇ ਦੁਨੀਆ ਦਾ ਸਾਰਿਆਂ ਤੋਂ ਜ਼ਿਆਦਾ ਕੈਂਸਰ ਹੋ ਰਿਹਾ ਹੈ। ਸਾਰਿਆਂ ਤੋਂ ਜ਼ਿਆਦਾ ਜ਼ਹਿਰ ਇੱਥੇ ਖੇਤਾਂ 'ਚ ਪਾ ਰਹੇ ਹੈ, ਤੁਹਾਨੂੰ ਪਤਾ ਹੈ, ਸਾਨੂੰ ਪਤਾ ਹੈ। ਫਿਰ ਕੀ ਕਰਨਾ ਹੈ? ਰੱਬ ਨਾ ਕਰੇ ਕਿਸੇ ਨੂੰ ਹੋ ਜਾਏ, ਕਿ ਤੁਸੀਂ ਨੈੱਟ ਦੇ ਉੱਪਰ ਜਾ ਕੇ ਲਿਖੋ ਬੁੱਡਵਿਗ ਪ੍ਰੋਟੋਕੋਲ। ਬੁੱਡਵਿਗ ਪ੍ਰੋਟੋਕੋਲ 'ਚ ਤੁਸੀਂ ਦੇਖੋ ਕਿੰਨਾ ਸੌਖੇ ਇਲਾਜ ਹੈ ਕੈਂਸਰ ਦੇ। ਉਹਨਾਂ ਨੇ ਯੋਹੰਨਾ ਬੁੱਡਵਿਗ ਨੇ ਇਹਦੇ ਇਲਾਜ ਕੱਢ ਦਿੱਤੇ ਬੜੇ ਆਸਾਨੀ ਨਾਲ। ਉਹ ਤੁਹਾਨੂੰ ਮੈਂ ਦੱਸ ਵੀ ਦਿੰਦਾ, ਅਲਸੀ ਹੈਗਾ, ਪਨੀਰ ਹੈਗਾ, ਉਹਦੇ ਨਾਲ ਇਲਾਜ ਕਰ ਰਹੀ ਹੈ, ਉਹ ਫਲਾਂ ਨਾਲ ਇਲਾਜ ਕਰ ਰਹੀ ਹੈ। ਲੱਖੋਂ ਪੇਸ਼ੈਂਟ ਉਹਦੇ ਕਿਉਰ ਹੋ ਗਏ ਹੈ, ਉਸ ਨੂੰ ਦੁਬਾਰਾ ਕੈਂਸਰ ਨਹੀਂ ਹੋਇਆ ਹੈ। ਤੁਹਾਡੇ ਜਿਹੜੇ ਪੇਸ਼ੈਂਟ ਨੇ 2% ਠੀਕ ਹੁੰਦੇ ਨੇ, ਉਹਨੂੰ ਦੁਬਾਰਾ ਕੈਂਸਰ ਹੁੰਦਾ ਹੈ। ਇਹ ਕਦਾ ਇਲਾਜ ਹੋਇਆ? 8-10 ਰੁਪਏ, 20 ਲੱਖ ਰੁਪਏ ਦੇ। ਯੋਹੰਨਾ ਬੁੱਡਵਿਗ ਦੇ ਖਿਲਾਫ ਮੈਂ ਪਿੱਛੇ ਪੈਰਲ ਮੈਟਰ ਮੈਂ ਹੈ ਨਾ, ਤੁਸੀਂ ਵੇਖੋ ਯੋਹੰਨਾ ਬੁੱਡਵਿਗ ਨੇ ਜਦ ਇਲਾਜ ਸਾਰੇ ਦੱਸਦੇ, 7 ਵਾਰ ਡਾਕਟਰ ਯੋਹੰਨਾ ਬੁੱਡਵਿਗ ਦਾ ਨਾਂ ਨੋਬਲ ਪ੍ਰਾਈਜ਼ ਲਈ ਦਿੱਤਾ ਗਿਆ, ਬਾਅਦ 'ਚ ਵਾਪਸ ਲੈ ਲਿਆ। ਸ਼ਰਤ ਕੀ ਲਾਈ? ਲਿਖੋ ਕੀਮੋਥੈਰੇਪੀ ਦੀ ਜ਼ਰੂਰਤ ਹੈਗੀ ਹੈ ਤੁਹਾਡੇ ਟ੍ਰੀਟਮੈਂਟ ਦੇ ਨਾਲ। ਉਹਨੇ ਕਿਹਾ ਨਹੀਂ, ਇਹ ਤਾਂ ਹਾਨੀਕਾਰਕ ਹੈ, ਇਹ ਤਾਂ ਖਰਾਬ ਹੈ, ਹਾਰਮਫੁਲ ਹੈਗੀ ਹੈ, ਮੈਂ ਨਹੀਂ ਲਿਖਾਂਗੀ, ਮੈਂ ਨਹੀਂ ਕਹਾਂਗੀ। ਉਹਦਾ ਲਾਇਸੈਂਸ ਕੈਂਸਲ ਕਰਾਤਾ, ਉਹਦੀ ਲੈਬ ਬੰਦ ਕਰਾਤੀ, ਉਸਨੂੰ 30 ਕੇਸ ਉਹਦੇ 'ਤੇ ਪਾਤੇ ਜਰਮਨ 'ਚ। ਉਹ ਕੱਲੀ ਉਹ ਕੇਸ ਲੜ ਕੇ ਜੀਤੀ ਹੈ, ਕੋਰਟ ਨੇ ਉਹਨਾਂ ਨੂੰ ਝਾੜ ਮਾਰੀ ਹੈ। ਕਿਸ ਨੂੰ? ਡਰੱਗ ਕੰਪਨੀਜ਼, ਜਿਹੜੇ ਸਕੈਮ ਕਰ ਰਹੇ ਆ ਸਾਰੇ। ਤੇ ਉਸ ਦਾ ਤੁਸੀਂ ਪ੍ਰੋਟੋਕੋਲ ਪੜ੍ਹੋ। ਜੇ ਤੁਸੀਂ ਠੀਕ ਕਰਨਾ ਹੈ ਜੀ ਕੈਂਸਰ ਨੂੰ, ਤੇ ਜਿਹਦੇ ਨਾਲ ਲੱਖੋਂ ਮਰੀਜ਼ ਤਰੀਕੇ ਨਾਲ ਠੀਕ ਹੋਏ, ਤੁਸੀਂ ਤਰੀਕਾ ਸਾਨੂੰ ਕਿਉਂ ਨਹੀਂ ਦੱਸਦੇ? ਉਹ 'ਤੇ ਪਰਦਾ ਕਾਹਨੂੰ ਪਾਇਆ? 1.25 ਲੱਖ ਕਰੋੜ ਡਾਲਰ ਦਾ ਬਿਜ਼ਨਸ ਬਣਾਇਆ ਹੋਇਆ ਹੈ ਕੀਮੋਥੈਰੇਪੀ ਦਾ। ਬੰਦਾ ਇੱਕ ਠੀਕ ਨਹੀਂ ਹੁੰਦਾ, ਉਹ ਕੈਂਸਰ ਨਾਲ ਹੀ ਮਰਦਾ ਹੈ ਜਿਹਦੀ ਕੀਮੋਥੈਰੇਪੀ ਹੁੰਦੀ ਹੈ, ਕਿਉਂ ਕੈਂਸਰ ਤੋਂ ਵੀ ਵੱਡਾ ਖਤਰਾ ਹੈਗਾ, ਜ਼ਹਿਰ ਹੈਗਾ ਹੈ ਕੀਮੋਥੈਰੇਪੀ। ਰੇਡੀਏਸ਼ਨ ਕੋਈ ਇਲਾਜ ਨਹੀਂ ਹੈਗਾ, ਸਾਰਿਆਂ ਨੂੰ ਪਤਾ ਹੈ, ਡਾਕਟਰਸ ਨੂੰ ਪਤਾ ਹੈ, ਫਿਰ ਵੀ ਤੁਹਾਡੀ ਕੀਮੋਥੈਰੇਪੀ ਹੋ ਰਹੀ ਹੈ ਪੈਸੇ ਲਈ। ਤੇ ਕਿੰਨੇ ਕੁ ਰਿਲਾਇਬਲ ਹੈਗੇ ਨੇ ਸਾਡੇ ਡਾਕਟਰ? ਸਾਰੇ ਇੱਕ ਜਿਹੇ ਨਹੀਂ, ਮੈਂ ਫਿਰ ਕਹਿ ਦਿੰਦਾ। ਇੱਕ ਐਗਜ਼ਾਮਪਲ ਮੈਡੀਕਲ ਸਕੈਮ ਦਾ। ਦੂਜੀ ਗੱਲ, ਤੁਸੀਂ 93, 95, 97 ਦਾ ਡਾਕੂਮੈਂਟ ਚੁੱਕ ਕੇ ਦੇਖ ਲਓ, ਤੁਹਾਡਾ ਸ਼ੂਗਰ ਲੈਵਲ ਹੈਗਾ ਸੀ 160। ਇਹ ਕਿਹੜਾ ਰਿਸਰਚ ਪੇਪਰ ਹੈ? ਮੈਨੂੰ ਇੱਕ ਰਿਸਰਚ ਪੇਪਰ ਲਿਆ ਕੇ ਦਿਓ ਜਿਹੜਾ ਦੱਸਦਾ ਹੋਏ ਕਿ 120 ਤੇ 100 ਦੇ ਉੱਪਰ ਜਿਹੜਾ ਤੁਹਾਨੂੰ ਸ਼ੂਗਰ ਡਾਇਬੀਟੀਜ਼ ਦਾ ਖਤਰਾ ਹੈਗਾ ਹੈ। ਹੁਣੇ ਕੁਝ ਦਿਨ ਪਹਿਲਾਂ ਤੇ ਮੈਂ ਸੁਣਿਆ 100 ਦੇ ਉੱਪਰ ਸ਼ੂਗਰ ਦੀ ਦਵਾਈ ਸ਼ੁਰੂ ਕਰਤੀ ਹੈ। 100 ਕਰਤੀ ਨਾ, ਇਹ ਕਨਫਰਮ ਕਰ ਰਹੇ ਨੇ। 120 ਦੇ ਉੱਪਰ ਤੇ ਕਰ ਹੀ ਰਹੇ ਸੀ। ਤੇ ਤੁਹਾਨੂੰ ਪਤਾ ਹੈ ਡਾਇਬੀਟੀਜ਼ ਦੀ ਜਿਹਦੀ ਦਵਾਈ ਸ਼ੁਰੂ ਹੋ ਗਈ ਤਾਂ ਬ੍ਰੇਨ, ਬਾਡੀ, ਸਾਰਾ ਸਿਸਟਮ, ਹਾਰਟ, ਕਿਡਨੀ, ਲੀਵਰ ਡੈਮੇਜ ਹੋਣੇ ਹੀ ਹੋਣੇ ਹੈ। ਇਹ ਤੁਸੀਂ ਦੱਸੋ ਸਕੈਮ ਹੈਗਾ ਕਿ ਨਹੀਂ ਹੈਗਾ? ਥਾਇਰਾਇਡ ਦਾ ਤੁਹਾਡਾ ਪੈਰਾਮੀਟਰ ਉਹ ਚੇਂਜ ਕਰਤਾ, ਬਲੱਡ ਪ੍ਰੈਸ਼ਰ ਦਾ ਤੁਹਾਡਾ ਪੈਰਾਮੀਟਰ ਚੇਂਜ ਕਰਤਾ, ਸਾਰੇ ਪੈਰਾਮੀਟਰ ਬਦਲਤੇ। ਉਹਦੇ 'ਤੇ ਰਿਸਰਚ ਪੇਪਰ ਨਹੀਂ ਹੈਗਾ। ਡਰੱਗ ਕੰਪਨੀ ਜਿੱਦਾਂ ਤੁਸੀਂ ਆਏ ਬੈਠਿਆ ਦਾ ਬੈਠਦੇ ਹੈ, ਬੈਠ ਕੇ ਪ੍ਰਸਤਾਵ ਪਾਸ ਹੁੰਦਾ ਹੈ ਕਿ ਅੱਜ ਤੋਂ ਇਹ ਪੈਰਾਮੀਟਰ ਹੋਏਗਾ। ਤੁਸੀਂ ਦੱਸੋ ਸਕੈਮ ਹੈਗਾ ਕਿ ਨਹੀਂ ਹੈਗਾ? ਯਾਨੀ ਲੋਕਾਂ ਨੂੰ ਅਰਬਾਂ ਰੁਪਏ ਦੀ ਦਵਾਈ ਖਾ ਕੇ ਪੈਸਾ ਕਮਾਉਣ ਲਈ ਬੰਦਿਆਂ ਨੂੰ ਤੁਸੀਂ ਮਰਵਾ ਰਹੇ ਹੋ, ਕਰੋੜਾਂ ਰੁਪਏ ਬਰਬਾਦ ਕਰ ਰਹੇ ਹੋ। ਸਾਡੇ ਦੇਸ਼ 'ਚ ਲੱਖਾਂ ਬੰਦੇ ਦਵਾਈ ਕਰਕੇ, ਮੁਕੱਦਮੇ 'ਤੇ ਦਵਾਈ, ਲੱਖਾਂ ਬੰਦੇ ਗਰੀਬ ਹੋ ਜਾਂਦੇ ਨੇ, ਜ਼ਮੀਨਾਂ ਵਿਕ ਜਾਂਦੀ ਹੈ ਟ੍ਰੀਟਮੈਂਟ ਕਰਕੇ, ਇਲਾਜ ਕਰਕੇ, ਦਵਾਈਆਂ ਕਰਕੇ। ਇੱਕ ਤਾਂ ਮਹਿੰਗਾ ਇਲਾਜ, ਫਿਰ ਹੈਲਥ ਨਹੀਂ ਮਿਲਣੀ। ਮਰੀਜ਼ ਲੈ ਕੇ ਜਾਂਦੇ ਹਾਂ ਹਸਪੀਟਲ ਕੈਂਸਰ ਦਾ 10, 20, 25 ਲੱਖ ਕਰਕੇ ਉਹਦੀ ਲਾਸ਼ ਲੈ ਕੇ ਆਉਂਦੇ ਹਾਂ ਅਸੀਂ। ਇਹ ਕੀ ਹੋ ਰਿਹਾ ਹੈ ਜੀ? ਤੇ ਕੁੱਲ ਮਿਲਾ ਕੇ ਦਿਸ ਇਜ਼ ਅ ਬਿਗ ਸਕੈਮ। ਇਹ ਰੁਕਣਾ ਚਾਹੀਦਾ ਹੈ। ਅਸੀਂ ਜਾਗਾਂਗੇ ਫਿਰ ਠੀਕ ਹੋਣਾ ਹੈ। ਉਹ ਸਾਰੇ ਇਹਦੇ 'ਚ ਤੁਹਾਨੂੰ ਕਿੱਦਾਂ ਬਿਮਾਰ ਕਰਨਾ ਹੈ, ਦੂਜੀ ਪੁਆਇੰਟ ਹੈਗਾ, ਉਹ ਸਾਰੇ ਡਿਟੇਲ ਇਹਦੇ ਦਿੱਤੀ ਹੋਈ, ਤੁਹਾਨੂੰ ਕਿੱਦਾਂ ਬਿਮਾਰ ਕਰਨ ਦਾ ਪ੍ਰਬੰਧ ਕੀਤਾ ਹੋਇਆ ਹੈ।